ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਲਗਭਗ 2 ਸਾਲ ਦਾ ਸਮਾਂ ਕਰਤਾਰਪੁਰ ਬਤੀਤ ਕਰਕੇ ਗੁਰੂ ਜੀ ਭਾਈ ਭਗੀ ਰਥ ਅਤੇ ਭਾਈ ਬੁੱਢਾ ਕੁਝ ਸਿੱਖਾਂ ਨੂੰ ਆਪਣੇ ਪਰਿਵਾਰ ਪਾਸ ਛੱਡ ਕੇ ਆ ਫਿਰ ਲੋਕ ਭਲਾਈ ਵਾਸਤੇ ਲੁਕਾਈ ਨੂੰ ਸੋਧਣ ਵਾਸਤੇ ਵਿਸਾਖ ਵਿੱਚ ਚੱਲ ਪਏ। ਇਸ ਉਦਾਸੀ ਵਿੱਚ ਆਪ ਜੀ ਦੇ ਪੈਰੀ ਖੜਾਵਾਂ, ਹੱਥ ਵਿੱਚ ਡੰਡਾ, ਲੱਕ ਨੂੰ ਰੱਸੇ ਲਵੇਟੇ ਹੋਏ, ਮੱਥੇ ਉੱਤੇ ਟਿੱਕਾ ਲਾਇਆ ਹੋਇਆ ਸੀ। ਕਰਤਾਰਪੁਰ ਤੋਂ ਚੱਲ ਕੇ ਗੁਰੂ ਜੀ ਸੁਲਤਾਨਪੁਰ ਬੀਬੀ ਨਾਨਕੀ ਜੀ ਪਾਸ ਆਏ। ਇੱਥੇ ਮੇਲ ਮਿਲਾਪ ਦੀਆਂ ਖੁਸ਼ੀਆਂ ਕਰਕੇ ਫਿਰ ਬਠਿੰਡੇ ਅਤੇ ਪਟਨੇਰ, ਹਨੂਮਾਨਗੜ੍ਹ ਨਗਰਾਂ ਦੇ ਰਸਤੇ ਸਰਸੇ ਪੁੱਜ ਗਏ। ਉਸ ਸਮੇਂ ਸਰਸਾ ਮੁਸਲਮਾਨ ਪੀਰਾਂ ਦਾ ਪ੍ਰਸਿੱਧ ਟਿਕਾਣਾ ਸੀ। ਪੀਰਾਂ ਨੇ ਪੁੱਛਿਆ, ਸੰਤ ਜੀ, ਤਪ ਕਰਨਾ ਚੰਗਾ ਹੈ ਕਿ ਨਹੀਂ? ਗੁਰੂ ਜੀ ਨੇ ਕਿਹਾ, ਜੇਕਰ ਮਨ ਵਿਕਾਰੀ ਹੋਵੇ ਅਤੇ ਸਰੀਰ ਦੇ ਬਲ ਕਰਕੇ ਵਿਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸੋਧਣ ਵਾਸਤੇ ਤਪ ਕਰਨਾ ਠੀਕ ਹੈ। ਪਰ ਜੇਕਰ ਮਨ ਅਤੇ ਸਰੀਰ ਦੋਵੇਂ ਸ਼ੁੱਧ ਹੋਣ, ਕੋਈ ਵਿਕਾਰ ਨਾ ਕਰਦਾ ਹੋਵੇ ਤਾਂ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਹ ਤਪਾ ਸਿਰ ਤਪ ਹੈ। ਪੀਰਾਂ ਨੇ ਕਿਹਾ, ਤੁਸੀਂ ਸਾਡੇ ਨਾਲ ਭੋਰੇ ਵਿੱਚ ਬੈਠ ਕੇ 80 ਦਿਨ ਦਾ ਤਪ ਕਰੋ, ਫਿਰ ਅਸੀਂ ਵੇਖਾਂਗੇ ਕਿ ਤੁਹਾਡੇ ਵਿੱਚ ਤਪ ਕਰਨ ਦੀ ਸ਼ਕਤੀ ਹੈ ਕਿ ਨਹੀਂ। ਤਦ ਗੁਰੂ ਜੀ ਖਵਾਜਾ ਸ਼ਮਦੀਨ, ਖਵਾਜਾ ਰੋਸ਼ਨਦੀਨ, 5 ਪੀਰਾਂ ਨਾਲ 80 ਦਿਨ ਦਾ ਚਿੱਲਾ ਕੱਟਣ ਵਾਸਤੇ ਵੱਖ-ਵੱਖ ਭੋਰਿਆਂ ਵਿੱਚ ਬੈਠ ਗਏ। ਪੀਰਾਂ ਨੇ ਜੌਂ ਦੇ ਦਾਣੇ ਅਤੇ ਪਾਣੀ ਦਾ ਸੇਵਨ ਕਰਕੇ 80 ਦਿਨ ਕੱਟੇ, ਪਰ ਗੁਰੂ ਜੀ ਨਿਰਹਾਰ ਹੀ ਨਾਮ ਸਿਮਰਨ ਵਿੱਚ ਬੈਠੇ ਰਹੇ। 80 ਦਿਨਾਂ ਪਿੱਛੋਂ ਜਦ ਪੀਰ ਅਤੇ ਗੁਰੂ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਅਤੇ ਚਿਹਰੇ ਮੁਜ਼ਰਾਏ ਹੋਏ ਸਨ, ਪਰ ਗੁਰੂ ਜੀ ਦਾ ਸਰੀਰ ਜਿਉਂ ਦਾ ਤਿਉਂ ਅਤੇ ਚਿਹਰਾ ਚੜ੍ਹਦੀਆਂ ਕਲਾਂ ਵਿੱਚ ਸੀ। ਇਸ ਤਰ੍ਹਾਂ ਗੁਰੂ ਜੀ ਦਾ ਤਪ ਤੇਜ ਵੇਖ ਕੇ ਪੀਰਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪ ਜੀ ਦੇ ਸਿਧਾਂਤ ਨੂੰ ਠੀਕ ਮੰਨਿਆ। ਸਰਸੇ ਵਿੱਚ ਗੁਰੂ ਜੀ ਦੀ ਇਸ ਯਾਦ ਵਿੱਚ ਗੁਰਦੁਆਰਾ ਕਾਇਮ ਹੈ ਅਤੇ ਪਾਸ ਹੀ 5 ਪੀਰਾਂ ਦੀਆਂ ਕੋਠੜੀਆਂ ਹਨ। ਸਰਸੇ ਤੋਂ ਚੱਲ ਕੇ ਗੁਰੂ ਜੀ ਬੀਕਾਨੇਰ ਦੇ ਇਲਾਕੇ ਵਿੱਚੋਂ ਲੰਘ ਕੇ ਦੱਖਣ ਨੂੰ ਜਾ ਰਹੇ ਸਨ ਕਿ ਆਪ ਜੀ ਦੀ ਇੱਕ ਸ਼ਰੇਵੜੇ ਸਾਧੂ ਨਾਲ ਚਰਚਾ ਹੋਈ। ਇਸ ਚਰਚਾ ਵਿੱਚ ਗੁਰੂ ਜੀ ਨੇ ਸ਼ਰੇਵੜਿਆਂ ਦੇ ਧਰਮ ਸੰਬੰਧੀ ਇੱਕ ਸ਼ਬਦ ਉਚਾਰਿਆ ਸੀ। ਆਪ ਜੀ ਨੇ ਦੱਸਿਆ ਕਿ ਪਾਣੀ ਸਭ ਜੀਵਾਂ ਦਾ ਮੂਲ ਹੈ, ਇਸ ਤੋਂ ਬਿਨਾਂ ਕਿਸੇ ਦੀ ਗਤੀ ਨਹੀਂ ਹੈ। ਜਿਸ ਨੂੰ ਤੁਸੀਂ ਜੀਵ ਹੱਤਿਆ ਦੇ ਦੋਸ਼ ਤੋਂ ਬਚਣ ਵਾਸਤੇ ਬਰਤਨ 'ਚ ਸੰਕੋਚ ਕਰਦੇ ਹੋ, ਮੈਲਾ ਕੁਚੈਲਾ ਖਾਂਦੇ ਹੋ ਅਤੇ ਸਿਰ ਦੇ ਵਾਲਾਂ ਨੂੰ, ਹੱਥਾਂ ਨੂੰ ਸਵਾਹ ਲਾ ਕੇ ਪੁੱਟਦੇ ਹੋ, ਹੱਤਿਆ ਆਦਿ ਤੁਹਾਡੇ ਨਿਯਮ ਧਾਰਨ ਨਾਲ ਮੁਕਤੀ ਨਹੀਂ ਹੋ ਸਕਦੀ। ਇਸ ਤੋਂ ਅੱਗੇ ਵਿਧੀ ਆਚਲ ਦੇ ਦੱਖਣੀ ਜੰਗਲਾਂ ਵਿੱਚ ਰਹਿਣ ਵਾਲੇ ਇੱਕ ਆਦਮਖੋਰ ਭੀਲ ਕੌੜੇ ਪਾਸ ਗਏ। ਕੌੜਾ ਮਰਦਾਨੇ ਨੂੰ ਤੇਲ ਵਿੱਚ ਤਲ ਕੇ ਖਾਣ ਲੱਗਾ ਸੀ, ਪਰ ਸਮੇਂ ਸਿਰ ਪਹੁੰਚ ਕੇ ਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ ਅਤੇ ਕੌੜੇ ਨੂੰ ਧਰਮ ਦੀ ਕਿਰਤ ਕਰਕੇ ਖਾਣਾ ਜੀਵਾ ਉੱਤੇ ਦਇਆ ਕਰਨੀ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਰਾਖਸ਼ ਜੀਵਨ ਤੋਂ ਦੇਵਤਾ ਜੀਵਨ ਵਾਲਾ ਬਣਾ ਦਿੱਤਾ। ਕੌੜੇ ਦਾ ਜੀਵਨ ਸੁਧਾਰ ਕੇ ਗੁਰੂ ਜੀ ਨਦੀਆਂ, ਪਹਾੜਾਂ, ਜੰਗਲਾਂ, ਨਗਰਾਂ, ਸ਼ਹਿਰਾਂ ਅਤੇ ਉਜਾੜਾਂ ਵਿੱਚੋਂ ਲੰਘਦੇ ਹੋਏ ਬੇਅੰਤ ਜੀਵਾਂ ਦਾ ਸੁਧਾਰ ਅਤੇ ਉਧਾਰ ਕਰਦੇ ਹੋਏ ਨਾਗਾਪਟਮ ਤੋਂ ਸਮੁੰਦਰ ਦੇ ਕਿਨਾਰੇ ਰਮੇਸ਼ਵਰਮ ਪੁੱਜੇ। ਰਾਵਣ ਨਾਲ ਯੁੱਧ ਕਰਕੇ ਸੀਤਾ ਜੀ ਨੂੰ ਲਿਆਉਣ ਵਾਸਤੇ ਜਦ ਰਾਮਚੰਦਰ ਜੀ ਸਮੁੰਦਰ ਪਾਰ ਕਰਨ ਵਾਸਤੇ ਪੁਲ ਤਿਆਰ ਕਰਨ ਲੱਗੇ ਤਾਂ ਆਪ ਜੀ ਨੇ ਇੱਥੇ ਪਹਿਲਾਂ ਸ਼ਿਵਲਿੰਗ ਸਥਾਪਨ ਕਰਕੇ ਆਪਣੇ ਇਸ਼ਟ ਸ਼ਿਵ ਜੀ ਦੀ ਪੂਜਾ ਕੀਤੀ ਸੀ, ਜਿਸ ਕਰਕੇ ਇਸ ਸਥਾਨ ਦਾ ਨਾਮ ਰਾਮ ਈਸ਼ਵਰ ਰਮੇਸ਼ਵਰ ਪ੍ਰਸਿੱਧ ਹੋਇਆ। ਸੰਗਲਾਦੀਪ ਪਹੁੰਚ ਕੇ ਗੁਰੂ ਜੀ ਨੇ ਰਾਜੇ ਸ਼ਿਵਨਾਭ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਗੁਰੂ ਜੀ ਦੀ ਆਗਿਆ ਅਨੁਸਾਰ ਰਾਜੇ ਨੇ ਸਤਸੰਗ ਕਰਨ ਵਾਸਤੇ ਇੱਕ ਧਰਮਸ਼ਾਲਾ ਬਣਾਈ ਅਤੇ ਸਤਸੰਗ ਦੀ ਨੀਂਹ ਰੱਖੀ। ਹਠ ਯੋਗ ਅਨੁਸਾਰ ਪ੍ਰਾਣਾਯਾਮ ਕਰਨ ਵਾਸਤੇ
ਗੁਰੂ ਜੀ ਨੇ ਰਾਜੇ ਨੂੰ ਜੋ ਸਾਧਨ ਸਮਝਾਇਆ ਉਹ ਇੱਕ ਪੋਥੀ ਦੇ ਰੂਪ ਵਿੱਚ ਲਿਖਿਆ ਗਿਆ, ਜਿਸ ਦਾ ਨਾਮ ਪ੍ਰਾਮ ਸੰਗਲੀ ਪ੍ਰਸਿੱਧ ਹੋਇਆ। ਗੁਰਮਿਤ ਦੇ ਅਨੁਕੂਲ ਨਾ ਹੋਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਸੰਗ੍ਰਹਿ ਕਰਨ ਸਮੇਂ ਇਸ ਨੂੰ ਆਗੀ ਕਾਰਨ ਨਹੀਂ ਸੀ ਕੀਤਾ। ਮੈਸੂਰ ਰਾਜ ਵਿੱਚ ਬੀਜਾਪੁਰ ਦੇ ਇਲਾਕੇ ਵਿੱਚ ਇੱਕ ਸੰਘਣੇ ਜੰਗਲ ਦਾ ਨਾਮ ਕਜਲੀ ਵਨ ਹੈ। ਇਸ ਵਨ ਵਿੱਚ ਜੋਗੀਆਂ ਦਾ ਇੱਕ ਆਸ਼ਰਮ ਸੀ। ਇਸ ਆਸ਼ਰਮ ਵਿੱਚ ਜਦ ਗੁਰੂ ਜੀ ਗਏ ਤਾਂ ਜੋਗੀਆਂ ਦੇ ਮੁਖੀ ਭਰਥਰੀ ਨਾਲ ਆਪ ਜੀ ਦੀ ਚਰਚਾ ਹੋਈ। ਜਦ ਭਰਥਰੀ ਨੇ ਕਿਹਾ ਤੁਸੀਂ ਜੋਗ ਧਾਰਨ ਕਰ ਲਵੋ ਤਾਂ ਆਪ ਜੀ ਨੇ ਕਿਹਾ ਤੁਹਾਡੇ ਹਠ ਜੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ, ਜਿਸ ਕਰਕੇ ਮਨ ਇਸ ਤੋਂ ਭੱਜਦਾ ਹੈ, ਟਿਕਦਾ ਨਹੀਂ, ਅਤੇ ਮਨ ਦੇ ਨਾਂ ਦਾ ਟਿਕਣ ਕਰਕੇ ਪਰਮ ਤੱਤ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਆਪਣੀ ਲਿਵ ਕਰਤਾਰ ਨਾਲ ਜੋੜੀ ਰੱਖਦੇ ਹਾਂ, ਜਿਸ ਨਾਲ ਸਰੀਰ ਨੂੰ ਕੋਈ ਕਸ਼ਟ ਨਹੀਂ ਹੁੰਦਾ ਅਤੇ ਮਨ ਖਿੜਿਆ ਤੇ ਟਿਕਿਆ ਰਹਿੰਦਾ ਹੈ। ਇਹ ਸਾਡਾ ਸਹਿਜ ਜੋਗ ਹੈ, ਜਿਸ ਨੂੰ ਅਸੀਂ ਸਦਾ ਹੀ ਧਾਰਨ ਕਰੀ ਰੱਖਦੇ ਹਾਂ। ਫਿਰ ਭਰਥਰੀ ਨੇ ਕਿਹਾ ਅਸੀਂ ਸੋਮ ਰਸ ਮਦ ਦਾ ਪਿਆਲਾ ਪੀ ਕੇ ਅਖੰਡ ਘਰ ਸਮਾਧੀ ਲਾਉਂਦੇ ਹਾਂ ਅਤੇ ਸਾਨੂੰ ਅਲਖ ਨਿਰੰਜਨ ਦੇ ਦਰਸ਼ਨ ਹੁੰਦੇ ਹਨ। ਗੁਰੂ ਜੀ ਨੇ ਕਿਹਾ ਅਸੀਂ ਨਾਮ ਦਾ ਰਸ ਦਾ ਪਿਆਲਾ ਪੀ ਕੇ ਸਦਾ ਹੀ ਮੱਤ ਵਾਲੇ ਰਹਿੰਦੇ ਹਾਂ ਅਤੇ ਸਾਡੀ ਰਾਤ ਦਿਨ ਲਿਵ ਲੱਗੀ ਰਹਿੰਦੀ ਹੈ। ਇਸ ਪ੍ਰਥਾਏ ਆਪ ਜੀ ਨੇ ਇਸ ਸ਼ਬਦ ਦੁਆਰਾ ਆਪਣੇ ਮੱਤ ਦੇ ਪਿਆਲੇ ਅਤੇ ਉਸ ਨੂੰ ਪੀ ਕੇ ਮੱਤ ਵਾਲੇ ਰਹਿਣ ਦਾ ਵਰਣਨ ਕੀਤਾ ਹੈ। ਹੇ ਭਰਥਰੀ, ਗੁਰੂ ਜੀ ਨੇ ਕਿਹਾ ਪਰਮਾਤਮਾ ਸਿਫਤ ਵਿੱਚ ਲੱਗਿਆ ਹੋਇਆ ਸਦਾ ਹੀ ਜੋਗੀ ਹੈ। ਉਹ ਆਪਣਾ ਜਨਮ ਨਿਸਫਲ ਨਹੀਂ ਗਵਾਉਂਦਾ। ਐਸਾ ਮਸਤ ਹੋਇਆ ਪੁਰਸ਼ ਆਪਣੇ ਆਤਮਾ ਸਰੂਪ ਦੇ ਦਰਸ਼ਨ ਰੂਪੀ ਅੰਮ੍ਰਿਤ ਨੂੰ ਧਾਰਨ ਕਰਦਾ ਹੈ। ਭਰਥਰੀ ਨੇ ਸੱਚੇ ਮੱਧ ਪਿਆਲੇ ਦਾ ਸਹਿਜ ਸਮਾਧੀ ਅਤੇ ਨਿਤ ਦਰਸ਼ਨ ਦਾ ਨਿਰਣਾ ਸੁਣ ਕੇ ਗੁਰੂ ਜੀ ਨੂੰ ਨਮਸਕਾਰ ਕਰ ਦਿੱਤੀ। ਫਿਰ ਭਰਥਰੀ ਦੇ ਸਾਥੀ ਦੂਸਰੇ ਜੋਗੀਆਂ ਨੇ ਕਿਹਾ ਕਿ ਗ੍ਰਹਿਸਤ ਨੂੰ ਤਿਆਗ ਕੇ ਯੋਗ ਸਾਧਨਾ ਦੁਆਰਾ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰੂ ਜੀ ਨੇ ਫਰਮਾਇਆ ਹੇ ਜੋਗੀ, ਜੋ ਪੁਰਸ਼ ਆਪਣੀ ਨੇਕ ਕਮਾਈ ਕਰਕੇ ਆਪਣੀ ਗੁਜ਼ਰਾਨ ਕਰੇ ਅਤੇ ਉਸ ਵਿੱਚੋਂ ਲੋੜਾਂਵੰਦਾਂ ਨੂੰ ਵੀ ਜਥਾ ਸ਼ਕਤ ਦੇਵੇ, ਪਰਮਾਤਮਾ ਪ੍ਰੇਮਾ ਭਗਤੀ ਦੁਆਰਾ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਜੋੜੇ, ਉਸ ਨੂੰ ਗ੍ਰਹਿਸਤ ਵਿੱਚ ਹੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਪ੍ਰਸੰਨ ਉੱਤਰਾਂ ਦੀ ਚਰਚਾ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਕਲਜੀ ਵਨ ਤੋਂ ਚੱਲ ਕੇ ਗੁਰੂ ਜੀ ਸਮੁੰਦਰ ਦੇ ਪੱਛਮੀ ਘਾਟ ਦੇ ਨਾਲ ਮਾਲਾਵਾਰ, ਗੁਜਰਾਤ, ਬੰਬਈ ਆਦਿ ਇਲਾਕਿਆਂ ਵਿੱਚ ਸਤਨਾਮ ਦਾ ਚੱਕਰ ਚਲਾਉਂਦੇ ਹੋਏ ਸਿੱਧ ਵਿੱਚ ਉੱਚ ਦੇ ਪੀਰਾਂ ਪਾਸ ਬਹਾਲਪੁਰ ਆਏ। ਪੀਰ ਬਹਾਲਦੀਨ ਰਿੱਧੀਆਂ ਸਿੱਧੀਆਂ ਦੇ ਕਰਾਮਾਤਾਂ ਵਿੱਚ ਯਕੀਨ ਰੱਖਦਾ ਸੀ। ਗੁਰੂ ਜੀ ਨੇ ਕਿਹਾ ਪੀਰ ਜੀ, ਇਹਨਾਂ ਕਰਾਮਾਤਾਂ ਨਾਲ ਲੋਕਾਂ ਨੂੰ ਭਰਮਾ ਕੇ ਮਾਇਆ ਇਕੱਠੀ ਕਰਨੀ ਅਤੇ ਆਪਣੀ ਪੂਜਾ ਮਾਨਤਾ ਕਰਾਉਣੀ ਯੋਗ ਨਹੀਂ ਹੈ। ਇਹ ਮਾਇਆ ਮੁਰਦਾ ਹੈ। ਮੁਰਦਾ ਖਾਣਾ ਨੀਚਾਂ ਦਾ ਕੰਮ ਹੈ। ਤੁਸੀਂ ਰੱਬ ਦੀ ਬੰਦਗੀ ਕਰਨ ਵਾਲੇ ਹੰਸ ਹੋ। ਪਰਮਾਤਮਾ ਦੇ ਨਾਮ ਮੋਤੀ ਨੂੰ ਖਾ ਕੇ ਤ੍ਰਿਪਤ ਰਹਿਣਾ ਚਾਹੀਦਾ ਹੈ। ਐਸੇ ਸਤ ਬਚਨ ਸੁਣ ਕੇ ਪੀਰ ਅਤੇ ਉਸ ਦੇ ਚੇਲੇ ਗੁਰੂ ਜੀ ਦੇ ਸਰਦਾਲੂ ਹੋ ਗਏ। ਇੱਥੋਂ ਚੱਲ ਕੇ ਗੁਰੂ ਜੀ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਮਿਲ ਕੇ ਕਰਤਾਰਪੁਰ ਅਤੇ ਆਪਣੇ ਪਰਿਵਾਰ ਪਾਸ ਪਹੁੰਚ ਗਏ।